Good morning, students. We are going to discuss about your second topic, and in second lecture, I hope you are good and you are safe in your home, and I hope you all are doing well. And now I'm going to start your next topic, and I think you all understand our previous lesson and previous topic, so I am going to discuss about your next topic, which is about types of non-economic activities. ਸਟੂਡੈਂਟਸ ਤੁਹਾਨੂੰ ਯਾਦ ਹੋਏਗਾ ਜਿਹੜਾ ਕੱਲ੍ਹ ਕੁਐਸਚਨ ਦਿੱਤਾ ਸੀ ਉਹਦੇ ਵਿੱਚ ਮੈਂ ਨਾਨ ਇਕਨੋਮਿਕ ਐਕਟੀਵਿਟੀਜ਼ ਆ ਜਿਹੜੀਆਂ ਉਹਦੀਆਂ ਟਾਈਪਸ ਮੈਂਸ਼ਨ ਨਹੀਂ ਸੀ ਕੀਤੀਆਂ ਬਿਕੋਜ਼ ਉਹ ਐਗਜ਼ਾਮਪਲਸ ਦੇ ਵਿੱਚ ਹੈਗੀਆਂ ਸੀ। ਐਗਜ਼ਾਮਪਲਸ ਦੇ ਵਿੱਚੋਂ ਮੈਂ ਦੋ ਤਿੰਨ ਜਿਹੜੀਆਂ ਐਗਜ਼ਾਮਪਲਸ ਦਿੱਤੀਆਂ ਸੀ ਉਹਦੇ ਵਿੱਚ ਮੈਂ ਮੈਂਸ਼ਨ ਕੀਤਾ ਹੋਇਆ ਸੀ ਕਿ ਕੁਛ ਸੋਸ਼ਲ ਸਰਵਿਸਿਜ਼ ਐਂਡ ਚੈਰੀਟੇਬਲ ਜਿਹੜੇ ਡੋਨੇਸ਼ਨਸ ਆ ਜਾਂ ਕੁਛ ਵੀ ਇੱਦਾਂ ਦੀਆਂ ਐਕਟੀਵਿਟੀਜ਼ ਜਿਹੜੀਆਂ ਵਿਦਾਊਟ ਐਨੀ ਕਹਿ ਦਈਏ ਕਿ ਕੋਸਟ ਜਾਂ ਵਿਦਾਊਟ ਐਨੀ ਫੀਸ ਜਿਹੜੀਆਂ ਲਈ ਜਾਂਦੀਆਂ ਉਹਨੂੰ ਆਪਾਂ ਨਾਨ ਇਕਨੋਮਿਕ ਐਕਟੀਵਿਟੀਜ਼ ਆ ਜਿਹੜੀਆਂ ਉਹ ਕਹਿ ਸਕਦੇ ਹਾਂ। ਸੋ ਅੱਜ ਉਹਦੇ ਲਈ ਮੈਂ ਕੁਛ ਐਗਜ਼ਾਮਪਲਸ ਦੇ ਨਾਲ ਮੇਲ ਖਾਂਦੀਆਂ ਕੁਛ ਅਨਦਰ ਟਾਈਪਸ ਆ ਜਿਹੜੀਆਂ ਉਹ ਲਿਖੀਆਂ। ਸੋ ਈਜ਼ੀਲੀ ਤੁਸੀਂ ਸਮਝ ਲਓਗੇ ਔਰ ਬਹੁਤ ਹੀ ਈਜ਼ੀ ਨੇ। ਸੋ ਟਰਾਈ ਕਰਿਓ ਕਿ ਇਹਨਾਂ ਨੂੰ ਧਿਆਨ ਨਾਲ ਦੇਖੋ ਔਰ ਤੁਸੀਂ ਸਮਝ ਜਾਓਗੇ। ਫਸਟ ਹੋਏਗਾ ਸੋਸ਼ਲ, ਕਿ ਜਿਹੜੀ ਸੋਸ਼ਲ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਪਬਲਿਕ ਨੂੰ ਉਹਨਾਂ ਦੀ ਵੈਲਫੇਅਰ ਦੇ ਲਈ, ਉਹਨਾਂ ਦੀ ਹੈਲਪ ਦੇ ਲਈ, ਉਹ ਵੀ ਇੱਕ ਤਰ੍ਹਾਂ ਦੀ ਨਾਨ ਇਕਨੋਮਿਕ ਐਕਟੀਵਿਟੀ ਆ। ਫਾਰ ਐਗਜ਼ਾਮਪਲ ਲੋਕਡਾਊਨ ਦੀ ਹੀ ਦਊਂਗੀ ਕਿ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੂੰ ਪ੍ਰੋਬਲਮ ਫੇਸ ਕਰਨੀ ਪੈ ਰਹੀ ਹੈ ਕਿ ਉਹਨਾਂ ਨੂੰ ਕੁਛ ਇੱਦਾਂ ਦੇ ਪੀਪਲਸ ਆ ਜਿਹੜੇ ਕਿ ਉਹ ਬਿਲਕੁਲ ਫ੍ਰੀ ਬੈਠੇ ਆ, ਕੋਈ ਉਹਨਾਂ ਦੀ ਅਰਨਿੰਗ ਨਹੀਂ ਹੈ, ਕੋਈ ਉਹਨਾਂ ਕੋਲ ਇਨਕਮ ਦਾ ਸਾਧਨ ਨਹੀਂ ਹੈ ਔਰ ਖਾਣੇ ਦਾ ਵੀ ਉਹਨਾਂ ਕੋਲ ਕੋਈ ਖਾਸ ਪ੍ਰਬੰਧ ਨਹੀਂ ਆ। ਸੋ ਇਸ ਟਾਈਮ ਦੇ ਵਿੱਚ ਕੁਛ ਜਿਹੜੀ ਇਹ ਕਹਿ ਦਈਏ ਕਿ ਲੋਕ ਨੇ ਉਹ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਆ, ਫੂਡ ਦੇ ਰਹੇ ਆ ਲੋਕਾਂ ਨੂੰ, ਫ੍ਰੀ ਮਾਸਕ ਦੇ ਰਹੇ ਆ, ਉਹਨਾਂ ਦੀ ਹੈਲਪ ਕਰ ਰਹੇ ਆ। ਸੋ ਉਹ ਕੀ ਹੈ, ਇੱਕ ਤਰ੍ਹਾਂ ਦੀ ਸੋਸ਼ਲ ਸਰਵਿਸ ਆ ਵੀ ਉਹਦੇ ਬਦਲੇ 'ਚੋਂ ਕੋਈ ਪੈਸਾ ਨਹੀਂ ਲੈ ਰਿਹਾ। ਸੋ ਉਹ ਇੱਕ ਨਾਨ ਇਕਨੋਮਿਕ ਐਕਟੀਵਿਟੀ ਆ ਜਿਹੜੀ ਉਹ ਕੀ ਆ ਜਸਟ ਐਜ਼ ਅ ਵੈਲਫੇਅਰ, ਐਜ਼ ਅ ਹੈਲਪ ਕਰ ਰਹੇ ਆ। ਠੀਕ ਹੈ। ਪੋਲੀਟੀਕਲ ਕੀ ਹੋ ਸਕਦੀ ਆ ਕਿ ਪੋਲੀਟੀਕਲ ਦੇ ਵਿੱਚ ਲੋਕਾਂ ਕੁਛ ਆਪਦੇ ਫਾਇਦੇ ਲਈ ਵੀ ਕੁਛ ਵਿਦਾਊਟ ਕੋਈ ਕਹਿ ਦਈਏ ਕਿ ਬੈਨੀਫਿਟ ਉਹ ਲੋਕਾਂ ਨੂੰ ਸਰਵਿਸਿਜ਼ ਪ੍ਰੋਵਾਈਡ ਕਰਦੇ ਆ, ਉਹਨਾਂ ਨੂੰ ਹੈਲਪ ਪ੍ਰੋਵਾਈਡ ਕਰਦੇ ਆ, ਉਹਨਾਂ ਦੇ ਘਰ ਦੇ ਵਿੱਚ ਜਿਹੜੀ ਇਕਨੋਮਿਕ ਪ੍ਰੋਬਲਮ ਆ ਉਹਨਾਂ ਨੂੰ ਦੂਰ ਕਰ ਦਿੰਦੇ ਆ। ਸੋ ਮੇਨ ਬੇਸ਼ੱਕ ਉਹਨਾਂ ਦਾ ਇੱਕ ਕਹਿ ਦਈਏ ਕਿ ਏਮ ਹੁੰਦਾ ਕਿ ਲੋਕ ਵੋਟ ਦੇਣ, ਬਟ ਉਹ ਫਿਰ ਵੀ ਇਹਨਾਂ ਚੀਜ਼ਾਂ ਨੂੰ ਕਈ ਵਾਰੀ ਨਹੀਂ ਧਿਆਨ 'ਚ ਰੱਖਦੇ ਔਰ ਲੋਕਾਂ ਦੀ ਹੈਲਪ ਕਰਦੇ ਆ। ਤਾਂ ਉਹ ਪੋਲੀਟੀਕਲ ਜਿਹੜੇ ਹੈਗੇ ਆ ਕੰਸੈਪਟ ਉਹ ਨਾਨ ਇਕਨੋਮਿਕ ਐਕਟੀਵਿਟੀ ਦੇ ਵਿੱਚ ਹੀ ਲਏ ਜਾਣਗੇ ਕਿਉਂਕਿ ਉਹਨਾਂ ਦਾ ਜਸਟ ਮੋਟਿਵ ਹੋਏਗਾ ਲੋਕਾਂ ਤੋਂ ਵੋਟਸ ਲੈਣਾ, ਨਾ ਕਿ ਪੈਸਾ ਅਰਨ ਕਰਨਾ ਜਾਂ ਮਨੀ ਅਰਨ ਕਰਨਾ। ਸੋ ਉਹ ਵੀ ਇੱਕ ਤਰ੍ਹਾਂ ਦੀ ਨਾਨ ਇਕਨੋਮਿਕ ਐਕਟੀਵਿਟੀ ਹੀ ਕੰਸੀਡਰ ਕੀਤੀ ਜਾਊਗੀ। ਰਿਲੀਜੀਅਸ, ਤੁਸੀਂ ਪ੍ਰੇ ਕਰਨ ਜਾਂਦੇ ਹੋ, ਠੀਕ ਹੈ, ਗੋਡ ਅੱਗੇ ਆਪਦਾ ਜਿਹੜੀ ਓਬੀਸੈਂਸ ਆ ਜਾਂ ਕਹਿ ਦਈਏ ਕਿ ਆਪਦੀਆਂ ਜਿਹੜੀਆਂ ਇੱਛਾਵਾਂ ਹੁੰਦੀਆਂ ਉਹਨਾਂ ਨੂੰ ਤੁਸੀਂ ਸਾਹਮਣੇ ਰੱਖਦੇ ਹੋ ਜਾਂ ਡੇਲੀ ਦਾ ਜਿਹੜਾ ਕੰਮ ਆ ਤੁਸੀਂ ਉਹ ਸ਼ੇਅਰ ਕਰਦੇ ਹੋ। ਜਾਂ ਕੁਛ ਲੋਕ ਆ ਜਿਹੜੇ ਉਹ ਸ਼ੁਕਰ ਅਦਾ ਕਰਦੇ ਆ, ਠੀਕ ਹੈ, ਥੈਂਕਸ ਅਦਾ ਕਰਦੇ ਆ। ਸੋ ਉਹ ਸਾਰੀਆਂ ਚੀਜ਼ਾਂ ਵੀ ਕੀ ਹੈ, ਇੱਕ ਤਰ੍ਹਾਂ ਦੀ ਨਾਨ ਇਕਨੋਮਿਕ ਐਕਟੀਵਿਟੀ। ਚੈਰੀਟੇਬਲ ਟਰਸਟ, ਠੀਕ ਹੈ, ਕਿਸੇ ਨੂੰ ਆਪਾਂ ਪੈਸਾ ਦਾਨ ਕਰਦੇ ਹਾਂ ਕਿਸੇ ਦੀ ਸਟੱਡੀ ਲਈ, ਕਿਸੇ ਦੀ ਲਾਈਫ ਦੇ ਲਈ, ਠੀਕ ਹੈ, ਤਾਂ ਉਹ ਵੀ ਕੀ ਹੈ ਇੱਕ ਉਹ ਫ੍ਰੀ ਹੁੰਦਾ, ਫ੍ਰੀ ਸਰਵਿਸ ਆ, ਫ੍ਰੀ ਇੱਕ ਕਹਿ ਦਈਏ ਕਿ ਹੈਲਪ ਆ ਜਿਹੜੀ ਕਿ ਨਾਨ ਇਕਨੋਮਿਕ ਐਕਟੀਵਿਟੀ ਹੀ ਹੋਏਗੀ। ਪੇਰੈਂਟੀਅਲ, ਜਿਵੇਂ ਤੁਹਾਡੇ ਪੇਰੈਂਟਸ ਜਿਵੇਂ ਤੁਹਾਡੀ ਕੇਅਰ ਕਰਦੇ ਆ ਆਫਟਰ ਕਹਿ ਦਈਏ ਕਿ ਕੁਛ ਟਾਈਮ ਬਾਅਦ ਜਦੋਂ ਉਹਨਾਂ ਦੀ ਏਜ ਹੈ ਜਿਹੜੀ ਉਹ ਕਾਫੀ ਜ਼ਿਆਦਾ ਹੋ ਜਾਂਦੀ ਹੈ, ਉਹ ਇਸ ਹਾਲਤ 'ਚ ਨਹੀਂ ਰਹਿੰਦੇ ਕਿ ਉਹ ਅੱਧਾ ਕੰਮ ਖੁਦ ਕਰਨ ਕਿਉਂਕਿ ਉਹਨਾਂ ਦੀ ਏਜ ਜ਼ਿਆਦਾ ਹੋ ਚੁੱਕੀ ਹੁੰਦੀ ਆ। ਸੋ ਉਸ ਕੇਸ ਦੇ ਵਿੱਚ ਜਦੋਂ ਬੱਚੇ ਆਪਣੇ ਪੇਰੈਂਟਸ ਦੀ ਹੈਲਪ ਕਰਦੇ ਆ ਉਹ ਵੀ ਇੱਕ ਤਰ੍ਹਾਂ ਦੀ ਸਰਵਿਸ ਆ। ਹਾਲਾਂਕਿ ਉਹ ਪੇਰੈਂਟਸ ਉਸ ਟਾਈਮ 'ਤੇ ਉਹਨਾਂ ਦੀ ਕੋਈ ਫਾਈਨੈਂਸ਼ੀਅਲ ਜਿਹੜੀ ਹੈਲਪ ਨਹੀਂ ਕਰ ਪਾਉਣਗੇ, ਬਟ ਉਹ ਅਗਰ ਚਿਲਡਰਨ ਹੈਲਪ ਕਰ ਰਹੇ ਆ, ਉਹਨਾਂ ਦੀ ਟੇਕ ਕੇਅਰ ਕਰ ਰਹੇ ਆ, ਤਾਂ ਉਹਨਾਂ ਦੀ ਕੀ ਹੋਊਗੀ, ਉਹ ਨਾਨ ਇਕਨੋਮਿਕ ਐਕਟੀਵਿਟੀ। ਦੂਸਰੀ ਤਰਫ ਕਹਿ ਸਕਦੇ ਹਾਂ ਕਿ ਪੇਰੈਂਟਸ ਜੋ ਤੁਹਾਡੇ ਲਈ ਕਰਦੇ ਆ, ਤੁਹਾਡੇ ਲਈ ਜੋ ਵੀ ਐਕਟੀਵਿਟੀਜ਼ ਕਰਦੇ ਆ, ਤੁਹਾਡੀ ਹਰ ਇੱਛਾ ਪੂਰੀ ਕਰਦੇ ਆ, ਤੁਹਾਨੂੰ ਤੁਹਾਡੇ ਕਹਿਣ 'ਤੇ ਨਾਲ ਹੀ ਸਾਰੀਆਂ ਚੀਜ਼ਾਂ ਤੁਹਾਨੂੰ ਪ੍ਰੋਵਾਈਡ ਕਰਦੇ ਆ, ਤਾਂ ਉਹ ਕੀ ਹੈ ਪੈਰੈਂਟੀਅਲ ਇੱਕ ਕਹਿ ਦਈਏ ਕਿ ਹੈਲਪ ਹੋਊਗੀ ਜਿਹੜੀ ਕਿ ਨਾਨ ਇਕਨੋਮਿਕ ਹੋਏਗੀ ਐਕਟੀਵਿਟੀ। ਅੱਗੇ ਰੀਕ੍ਰੀਏਸ਼ਨਲ, ਕੁਛ ਸਟੂਡੈਂਟਸ ਹੁੰਦੇ ਆ ਜਿਹੜੇ ਸਟੱਡੀ ਦੇ ਨਾਲ ਨਾਲ ਕੁਛ ਰੀਕ੍ਰੀਏਸ਼ਨਲ ਐਕਟੀਵਿਟੀਜ਼ ਦੇ ਵਿੱਚ ਕਾਫੀ ਬੈਸਟ ਹੁੰਦੇ ਆ ਕਿ ਉਹਨਾਂ ਨੂੰ ਸਟੱਡੀ ਦੇ ਨਾਲ ਨਾਲ ਕੁਛ ਅਦਰ ਐਕਟੀਵਿਟੀਜ਼ ਦੇ ਵਿੱਚ ਇੰਟਰਸਟ ਹੁੰਦਾ। ਸੋ ਉਹਨਾਂ ਵਰਕਸ ਨੂੰ, ਉਹਨਾਂ ਕੰਮ ਨੂੰ ਕਿਸੇ ਪੈਸੇ ਦੇ ਮੋਟਿਵ ਦੇ ਲਈ ਜਾਂ ਉਹਨਾਂ ਤੋਂ ਇਹ ਸੋਚ ਕੇ ਨਹੀਂ ਕਰ ਰਹੇ ਹੋਣਗੇ ਕਿ ਸਾਨੂੰ ਨੈਕਸਟ ਜਿਹੜੇ ਫਿਊਚਰ ਹੋਏਗਾ ਉਹ 'ਚ ਸਾਨੂੰ ਜੋਬ ਮਿਲੇਗੀ। ਉਹ ਜਸਟ ਇਸ ਲਈ ਕਰਦੇ ਹੋਣਗੇ ਕਿ ਸਾਨੂੰ ਜਸਟ ਸੈਟਿਸਫੈਕਸ਼ਨ ਮਿਲਦੀ ਹੈ ਵੀ ਉਹਨਾਂ ਨੂੰ ਉਹ ਕੰਮ ਕਰਨਾ ਪਸੰਦ ਹੋਏਗਾ।
ਕਈਆਂ ਦੀ ਕੁਕਿੰਗ ਕਰਨਾ, ਕਈਆਂ ਨੂੰ ਕੁਕਿੰਗ ਕਰਨ ਦੇ ਵਿੱਚ ਸੈਟਿਸਫੈਕਸ਼ਨ ਮਿਲਦੀ ਹੈ, ਕਿਸੇ ਨੂੰ ਖੇਡਣ ਦੇ ਵਿੱਚ, ਗੇਮਸ ਦੇ ਵਿੱਚ, ਠੀਕ ਹੈ, ਕਿਸੇ ਨੂੰ ਕੁਛ ਆਰਟ ਵਰਕਸ ਦੇ ਵਿੱਚ। ਅਲੱਗ ਅਲੱਗ ਜਿਹੜੀਆਂ ਐਕਟੀਵਿਟੀਜ਼ ਉਹ ਪਰਫੋਰਮ ਕੀਤੀਆਂ ਜਾਂਦੀਆਂ, ਹਰੇਕ ਦੇ ਅਲੱਗ ਅਲੱਗ ਕੰਸੈਪਟ ਹੁੰਦੇ ਆ। ਕਿਸੇ ਨੂੰ ਮਿਊਜ਼ਿਕ ਦੇ ਵਿੱਚ, ਕਿਸੇ ਨੂੰ ਕਹਦੀ ਕਿ ਉਹਨਾਂ ਦਾ ਕੋਈ ਹੋਰ ਵਰਕ ਹੋਏਗਾ ਜਿਹਦੇ ਵਿੱਚ ਉਹ ਜ਼ਿਆਦਾ ਵਧੀਆ ਫੀਲ ਕਰਦੇ ਆ, ਰੀਕ੍ਰੀਏਸ਼ਨਲ ਐਕਟੀਵਿਟੀ। ਸੋ ਉਹ ਵੀ ਇੱਕ ਤਰ੍ਹਾਂ ਦਾ ਨਾਨ ਇਕਨੋਮਿਕ ਐਕਟੀਵਿਟੀ ਹੀ ਕੰਸੀਡਰ ਹੋਏਗੀ। ਸੋ ਇਹ ਸੀ ਤੁਹਾਡੀਆਂ ਅੱਜ ਦੀਆਂ ਨਾਨ ਇਕਨੋਮਿਕ ਐਕਟੀਵਿਟੀਜ਼ ਦੀਆਂ ਟਾਈਪਸ। ਨੈਕਸਟ ਹੋਏਗਾ ਕੰਸੈਪਟ ਆਫ ਬਿਜ਼ਨਸ, ਕਿ ਹੁਣ ਇਨ ਰਿਐਲਿਟੀ ਦੇ ਵਿੱਚ ਬਿਜ਼ਨਸ ਨੂੰ ਕਿੱਦਾਂ ਆਪਾਂ ਇਨਕਲੂਡ ਕਰਦੇ ਹਾਂ। ਤਾਂ ਦੇਖੋ, ਦਾ ਵਰਡ ਬਿਜ਼ਨਸ ਕਮ ਫਰੋਮ ਦਾ ਵਰਡ ਬਿਜ਼ੀ। ਆਪਾਂ ਦੇਖਦੇ ਹਾਂ ਕਿ ਬਿਜ਼ੀ ਦਾ ਮਤਲਬ ਹੁੰਦਾ ਕਿ ਹਰ ਟਾਈਮ ਕਿਸੇ ਨਾ ਕਿਸੇ ਕੰਮ ਦੇ ਵਿੱਚ ਜੁੜੇ ਰਹਿਣਾ, ਮਤਲਬ ਕਿ ਮੇਕ ਯੂਅਰ ਸੈਲਫ ਬਿਜ਼ੀ ਫॉर ਡੂਇੰਗ ਥਿੰਗਸ ਐਂਡ ਡੂਇੰਗ ਵਰਕ, ਠੀਕ ਹੈ, ਵਿਚ ਮੀਨਸ ਡੂਇੰਗ ਥਿੰਗਸ ਐਂਡ ਡੂਇੰਗ ਵਰਕ, ਵੀ ਆਪਦੇ ਆਪ ਨੂੰ ਬਿਜ਼ੀ ਰੱਖਣਾ, ਕਿਸੇ ਕੰਮ ਦੇ ਵਿੱਚ ਕੰਟੀਨਿਊਸਲੀ ਲਗਾਏ ਰੱਖਣਾ। ਸੋ ਬਿਜ਼ੀ ਵਰਡ ਤੋਂ ਹੀ ਬਣਿਆ ਇਹ ਵਰਡ ਬਿਜ਼ਨਸ, ਠੀਕ ਹੈ। ਬਿਜ਼ਨਸ ਇਨਕਲੂਡ ਦੋਜ਼ ਐਕਟੀਵਿਟੀਜ਼ ਵਿਚ ਆਰ ਪਰਸਿਊਡ ਫॉर ਅਰਨਿੰਗ ਪ੍ਰੋਫਿਟ। ਦਾ ਮੇਨ ਰੀਜ਼ਨ ਜਿਹੜਾ ਹੋਏਗਾ ਬਿਜ਼ਨਸ ਨੂੰ ਲੈ ਕੇ ਆਉਂਦਾ ਜਾਂ ਚਲਾਉਣ ਦਾ, ਉਹ ਸੀਗਾ ਪ੍ਰੋਫਿਟ ਨੂੰ ਅਰਨ ਕਰਨਾ, ਪੈਸੇ ਨੂੰ ਕਮਾਉਣਾ, ਠੀਕ ਹੈ, ਫਾਇਦਾ ਜਿਹੜਾ ਉਹ ਵੱਧ ਤੋਂ ਵੱਧ ਲੈਣਾ। ਥਰੂ ਆਊਟ ਪ੍ਰੋਡਕਸ਼ਨ, ਕਿਹਦੇ ਜ਼ਰੀਏ, ਪ੍ਰੋਡਕਸ਼ਨ ਦੇ ਜ਼ਰੀਏ, ਚੀਜ਼ਾਂ ਨੂੰ ਪਰਚੇਜ਼ ਕਰਕੇ, ਖਰੀਦ ਕੇ, ਠੀਕ ਹੈ, ਫਿਰ ਉਹਨਾਂ ਨੂੰ ਮਾਰਕੀਟ ਦੇ ਵਿੱਚ ਸੇਲ ਕਰਕੇ, ਠੀਕ ਹੈ, ਔਰ ਐਕਸਚੇਂਜ ਕਰਕੇ ਗੁੱਡਸ ਐਂਡ ਸਰਵਿਸਿਜ਼ ਨੂੰ, ਕਿਹਦੇ ਵਿੱਚ, ਮਨੀ ਦੇ ਨਾਲ, ਪੈਸੇ ਦੇ ਨਾਲ ਚੀਜ਼ਾਂ ਨੂੰ ਐਕਸਚੇਂਜ ਕਰਕੇ ਜਿਹੜੀਆਂ ਸਰਵਿਸਿਜ਼ ਲੋਕਾਂ ਤੱਕ ਪਹੁੰਚਾਈਆਂ ਜਾਂਦੀਆਂ, ਉਹਨੂੰ ਆਪਾਂ ਬਿਜ਼ਨਸ ਕਹਿ ਦਿੰਦੇ ਹਾਂ। ਪਰ ਬਿਜ਼ਨਸ ਦਾ ਇੱਕੋ ਹੀ ਮੋਟਿਵ ਹੁੰਦਾ, ਪਹਿਲਾ ਹੋਏਗਾ ਪ੍ਰੋਫਿਟ ਨੂੰ ਅਰਨ ਕਰਨਾ, ਠੀਕ ਹੈ, ਔਰ ਹਿਊਮਨਸ ਦੀ ਹੈਲਪ ਕਰਨਾ। ਇਹਦਾ ਰੂਲ ਵੀ ਹੁੰਦਾ ਪ੍ਰੋਫਿਟ ਫਸਟ, ਸਰਵਿਸ ਸੈਕਿੰਡ, ਠੀਕ ਹੈ, ਕਿ ਪ੍ਰੋਫਿਟ ਤਾਂ ਉਹਨਾਂ ਨੇ ਫਸਟ ਲੈਣਾ ਹੈ ਬਿਜ਼ਨਸਮੈਨ ਨੇ, ਔਰ ਜਿਹੜੀ ਵੀ ਸਰਵਿਸ ਹੋਏਗੀ ਉਹ ਸੈਕਿੰਡ, ਵੀ ਪਹਿਲਾਂ ਪ੍ਰੋਫਿਟ ਲਏਗਾ ਫਿਰ ਸਰਵਿਸ ਪ੍ਰੋਵਾਈਡ ਕਰੇਗਾ। ਸੋ ਇਹਦੇ ਵੀ ਅੱਗੇ ਕੁਛ ਇਨਕਲੂਡਿੰਗ ਪਾਰਟਸ ਹੋਣਗੇ, ਜਿਹੜਾ ਬਿਜ਼ਨਸ ਦੇ ਵਿੱਚ ਇਨਕਲੂਡਿੰਗ ਐਕਟੀਵਿਟੀਜ਼ ਆਉਣਗੀਆਂ, ਉਹ ਕਿਹੜੀਆਂ ਹੋਣਗੀਆਂ। ਟਾਈਪਸ ਨਹੀਂ ਕਹਿ ਸਕਦੇ ਤੁਸੀਂ, ਇਹ ਜਸਟ ਇਨਕਲੂਡਿੰਗ ਐਕਟੀਵਿਟੀਜ਼ ਨੂੰ ਹੀ ਲਿਖਾਂਗੇ ਆਪਾਂ ਇੱਥੇ। ਫਸਟ ਹੋਏਗਾ ਇੰਡਸਟਰੀ, ਠੀਕ ਹੈ, ਸੈਕਿੰਡ ਹੋਏਗਾ ਕਮਰਸ, ਅੱਗੇ ਹੋਏਗਾ ਟ੍ਰੇਡ। ਇਹ ਆਪਾਂ ਨੈਕਸਟ ਟੋਪਿਕਸ ਦੇ ਵਿੱਚ ਇਹਨਾਂ ਨੂੰ ਡਿਟੇਲ ਦੇ ਵਿੱਚ ਦੇਖਾਂਗੇ। ਅੱਜ ਤੁਸੀਂ ਜਸਟ ਇਹਨਾਂ ਦੇ ਨੇਮ ਹੀ ਦੇਖੋ ਕਿ ਬਿਜ਼ਨਸ ਐਕਟੀਵਿਟੀਜ਼ ਦੇ ਵਿੱਚ ਇੰਡਸਟਰੀ, ਕਮਰਸ ਔਰ ਟ੍ਰੇਡ ਆ, ਜਿਹੜੇ ਤਿੰਨ ਐਕਟੀਵਿਟੀਜ਼ ਆ ਜਿਹੜੀਆਂ ਇਨਕਲੂਡ ਕੀਤੀਆਂ ਜਾਣਗੀਆਂ। ਨੈਕਸਟ ਹੈ ਡੈਫੀਨੇਸ਼ਨ, ਕਿ ਬਿਜ਼ਨਸ ਦੀ ਡੈਫੀਨੇਸ਼ਨ ਕੀ ਹੈ, ਅਲੱਗ ਅਲੱਗ ਆਥਰਸ ਕੀ ਕਹਿੰਦੇ ਆ ਕਿ ਬਿਜ਼ਨਸ ਕੀ ਹੋ ਸਕਦਾ। ਦੇਖੋ, ਫਸਟ ਹੈਗਾ MC ਨੋਰਟਨ, ਠੀਕ ਹੈ, ਉਹਦੇ ਅਕੋਰਡਿੰਗ ਫਸਟ ਹੋਏਗਾ ਕਿ ਡੈਫੀਨੇਸ਼ਨ ਇਹਦੇ ਵਿੱਚ ਦੱਸੀ ਹੋਈ ਹੈ, ਦਾ ਟਰਮ ਬਿਜ਼ਨਸ ਮੀਨਸ ਦੀ ਐਕਸਚੇਂਜ ਆਫ ਗੁੱਡਸ, ਮਨੀ ਔਰ ਸਰਵਿਸ ਫॉर ਮਿਊਚੁਅਲ ਬੈਨੀਫਿਟ। ਮਿਊਚੁਅਲ ਬੈਨੀਫਿਟ ਦਾ ਮਤਲਬ ਹੋਏਗਾ ਕਿ ਜਿਹੜਾ ਪਰਸਨ ਤੁਹਾਨੂੰ ਸਮਾਨ ਦੇ ਰਿਹਾ, ਉਹਨੂੰ ਬੈਨੀਫਿਟ ਹੋਏਗਾ ਕਿ ਤੁਸੀਂ ਉਹਨੂੰ ਪੈਸੇ ਦਿਓਗੇ, ਔਰ ਜਿਹੜਾ ਤੁਹਾਡੇ ਤੋਂ ਸਮਾਨ ਲੈ ਰਿਹਾ ਉਹਨੂੰ ਬੈਨੀਫਿਟ ਹੋਏਗਾ ਕਿ ਉਹਦੀਆਂ ਜਿਹੜੀਆਂ ਡਿਜ਼ਾਇਰਸ ਹੋਣਗੀਆਂ, ਜਿਹੜੀਆਂ ਉਹਦੀਆਂ ਜ਼ਰੂਰਤਾਂ ਹੋਣਗੀਆਂ, ਜਿਹੜਾ ਕੰਮ ਉਹ ਕੰਪਲੀਟ ਕਰਨਾ ਚਾਹੁੰਦਾ ਉਹ ਪੂਰਾ ਹੋ ਜਾਊਗਾ। ਕਿ ਜੇ ਕੋਈ ਪੈਸਾ ਲੈ ਰਿਹਾ ਤਾਂ ਉਹਦੀ ਵੀ ਡਿਜ਼ਾਇਰ ਪੂਰੀ ਹੋ ਰਹੀ ਹੈ, ਉਹਦੀ ਵੀ ਸਰਵਿਸ ਪੂਰੀ ਹੋ ਰਹੀ ਹੈ, ਬੈਨੀਫਿਟਸ ਉਹਨੂੰ ਮਿਲ ਰਹੇ ਆ। ਔਰ ਜਿਹੜਾ ਪਰਸਨ ਸਮਾਨ ਖਰੀਦ ਰਿਹਾ ਉਹ ਵੀ ਉਸ ਸਮਾਨ ਨੂੰ ਯੂਟੀਲਾਈਜ਼ ਕਰੂਗਾ, ਯੂਜ਼ ਕਰੂਗਾ, ਵਰਤੂਗਾ, ਅਤੇ ਉਹ ਵੀ ਆਪਣੀਆਂ ਜਿਹੜੀਆਂ ਇੱਛਾਵਾਂ ਨੇ ਉਹਨਾਂ ਨੂੰ ਪੂਰੀਆਂ ਕਰ ਪਾਊਗਾ, ਯਾਨੀ ਕਿ ਦੋਨਾਂ ਦਾ ਹੀ ਬੈਨੀਫਿਟ ਹੈ ਜਿਹੜਾ ਹੋ ਜਾਏਗਾ। ਸੋ ਇੱਥੇ ਐਕਸਚੇਂਜ ਔਰ ਮਨੀ ਐਕਸਚੇਂਜ ਦੀ ਗੱਲ ਹੋਈ ਹੈ, ਜਿਹਦੇ ਜ਼ਰੀਏ ਬੈਨੀਫਿਟ ਆ ਜਿਹੜੇ ਦੋਨੋਂ ਪਾਰਟੀਜ਼ ਨੂੰ ਹੋਣਗੀ। ਸੈਲਰ ਨੂੰ ਹੋਏਗਾ ਬੈਨੀਫਿਟ ਜਿਹੜਾ ਸੇਲ ਕਰ ਰਿਹਾ, ਪਰਚੇਜ਼ਰ ਨੂੰ ਹੋਏਗਾ ਜਿਹੜਾ ਇਨਸਾਨ ਖਰੀਦ ਰਿਹਾ। ਹੋਰ ਵੀ ਵੇਜ਼ ਦੇ ਵਿੱਚ ਕਹਿ ਸਕਦੇ ਹਾਂ, ਬਿਜ਼ਨਸ ਇਨਵੋਲਵ ਦਾ ਇਕਨੋਮਿਕ ਐਕਟੀਵਿਟੀਜ਼, ਮੈਨੂਫੈਕਚਰਿੰਗ, ਐਕਸਚੇਂਜਿੰਗ ਗੁੱਡਸ ਐਂਡ ਸਰਵਿਸਿਜ਼, ਠੀਕ ਹੈ, ਇੰਸ਼ੋਰੈਂਸ, ਟਰਾਂਸਪੋਰਟੇਸ਼ਨ ਐਂਡ ਮਾਰਕੀਟਿੰਗ ਐਕਸੈਕਟਰਾ। ਇਹਦੇ ਵਿੱਚ ਆਪਾਂ ਆਹ ਚੀਜ਼ਾਂ ਨੂੰ ਵੀ ਇਨਕਲੂਡ ਕਰ ਸਕਦੇ ਹਾਂ ਜੋ ਕਿ ਇਕਨੋਮਿਕ ਐਕਟੀਵਿਟੀਜ਼ ਹੋਣਗੀਆਂ, ਠੀਕ ਹੈ। ਫਸਟ ਹੋਏਗਾ ਮੈਨੂਫੈਕਚਰਿੰਗ, ਗੁੱਡਸ ਨੂੰ ਐਕਸਚੇਂਜ ਕਰਨਾ, ਠੀਕ ਹੈ, ਸਰਵਿਸਿਜ਼ ਨੂੰ ਐਕਸਚੇਂਜ ਕਰਨਾ, ਇੰਸ਼ੋਰੈਂਸ ਕਿਸੇ ਮਟੀਰੀਅਲ ਦਾ ਕਰਵਾਉਣਾ, ਠੀਕ ਹੈ, ਟਰਾਂਸਪੋਰਟੇਸ਼ਨ ਕਿ ਜਿਹੜੇ ਰੋਡ ਵਗੈਰਾ ਦੇ ਜ਼ਰੀਏ ਕੋਈ ਮਟੀਰੀਅਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾਣਾ, ਜਿਵੇਂ ਟਰੱਕਸ ਦੇ ਜ਼ਰੀਏ, ਠੀਕ ਹੈ, ਟ੍ਰੇਨਸ ਦੇ ਜ਼ਰੀਏ, ਜਾਂ ਕਿਸੇ ਵੀ ਵਹੀਕਲ ਦੇ ਜ਼ਰੀਏ ਜੋ ਵੀ ਮਟੀਰੀਅਲ ਲੈ ਕੇ ਜਾ ਰਹੇ ਆ ਉਹਨੂੰ ਟਰਾਂਸਪੋਰਟੇਸ਼ਨ ਕਹੇ ਜਾਂਦੇ, ਜਿਹਦੇ ਚਾਰਜਸ ਲਗਾਏ ਜਾਂਦੇ ਆ। ਮਾਰਕੀਟਿੰਗ ਦੇ ਵਿੱਚ, ਠੀਕ ਹੈ, ਪ੍ਰੋਡਕਟ ਦੀ ਪ੍ਰਮੋਸ਼ਨ ਹੋ ਰਹੀ ਆ, ਉਹ ਵੀ ਇੱਕ ਤਰ੍ਹਾਂ ਦੀ ਕੀ ਆ, ਇੱਕ ਬਿਜ਼ਨਸ ਐਕਟੀਵਿਟੀ ਹੀ ਮੰਨੀ ਜਾਏਗੀ। ਇਹ ਸੀ ਤੁਹਾਡੇ ਅੱਜ ਬਿਜ਼ਨਸ ਅਤੇ ਬਿਜ਼ਨਸ ਐਕਟੀਵਿਟੀਜ਼ ਦੇ ਨਾਲ ਰਿਲੇਟਿਡ ਟੋਪਿਕ। ਹੁਣ ਅੱਗੇ ਹੋਏਗਾ ਕੁਛ ਵਿਸ਼ੇਸ਼ਤਾਵਾਂ, ਯਾਨੀ ਕਿ ਕਰੈਕਟਰਿਸਟਿਕਸ ਆਫ ਬਿਜ਼ਨਸ,
कि बिजनेस दियां की मेन है जिहड़ियां विशेषतावां होणगीਆਂ ਇਹ ਕਾफ़ी ज़्यादा ने। अज मैं सिर्फ तुहानूं 3 ही दसूँगी कि 3 मेन बेसिक जिहड़ियां विशेषतावां जां कह दी कि करैक्टर्स आ जिहड़े ओह किहड़े होणगे। फस्ट देखो इकनॉमिक एक्टिविटी, बिजनेस आ जिहड़ी ओह इकनॉमिक एक्टिविटी होएगी। नॉन इकनॉमिक एक्टिविटी है जिहड़ी ओह नहीं होएगी। ठीक है, बिजनेस नॉन इकनॉमिक एक्टिविटी नहीं आ, वो किहड़ी एक्टिविटी आ इकनॉमिक एक्टिविटी, यानी कि मेन मकसद बिजनेस का की है पैसा कमाना। ओनली इकनॉमिक एक्टिविटीज़ रिलेटेड टू द प्रोडक्शन एंड डिस्ट्रीब्यूशन ऑफ गुड्स और सर्विसेज फ्रॉम द पार्ट ऑफ बिजनेस। ये सिर्फ गुड्स नूं बनाउणा, मटीरियल नूं बनाउणा, फिर उन्होंने अगे जाके लोगों तक पहुँचाना, सर्विसेज नूं देना, बस इन्ना ही किया जाता और वो बदले में पैसे ले जाते हैं, क्योंकि ये इकनॉमिक एक्टिविटी है। नैक्सट होएगा प्रॉफिट मोटिव, यानी कि पैसा कमाना, लाभ कमाना। प्रॉफिट मोटिव इज़ एन इसेंशियल एलिमेंट ऑफ बिजनेस। द एलिमेंट ऑफ प्रॉफिट मेकिंग इंस्पायर द पर्सन फॉर अंडरटेकिंग द बिजनेस एक्टिविटीज़। प्रॉफिट जिहड़ा लाभ कमाना एक मकसद आ, बहुत ही ज़रूरी एलीमेंट बन गया। प्रॉफिट में जिहड़ा कोई भी एलीमेंट होएगा, मान लो किसी को कोई फ़ायदा होया, वो कि उन्होंने इंस्पायर कर रहा, ठीक है, यानी कि उन्होंने मोटिवेट कर रहा, उत्साहित कर रहा कि वो होर काम करे ताकि उन्होंने होर फायदा जिहड़ा काम दे विच हो सके। कोई भी एक्टिविटी विदाउट प्रॉफिट इज़ नॉट अ बिजनेस एक्टिविटी। जिहदे विच प्रॉफिट नहीं हैगा, जिहदे विच कोई पैसा नहीं हैगा, कोई अर्निंग नहीं हैगी, उन्होंने आपां बिजनेस एक्टिविटी नहीं कहांगे। लास्ट टॉपिक है इस लैक्चर का, सेल और एक्सचेंज ऑफ गुड्स एंड सर्विसेज। गुड्स और सर्विसेज नूं सेल लई और कह दी कि एक्सचेंज लई जिहड़ियां चीज़ां भेजियां जांदियां उहनूं ही आपां इकनॉमिक एक्टिविटी और करैक्टर्स बोलांगे बिजनेस का। क्योंकि जे कोई आप चीज़ अपने पर्सनल यूज़ के लिए लै रहे हैं, देखो इफ़ गुड्स आर मैन्युफैक्चर और परचेज और मैन्युफैक्चर्ड फॉर पर्सनल यूज़, इट कैन नॉट बी कंसीडर्ड एज द पार्ट ऑफ बिजनेस एक्टिविटी। कोई भी मटीरियल जे कोई पर्सनल यूज़ के लिए लै रहा, मान लो कि बिजनेसमैन ने कोई मटीरियल बनाया और वो पर्सनल यूज़ के लिए कुछ लै गया, तो वो बिजनेस दे विच इनकलूड नहीं होगा। उस इनकम नूं, उस मटीरियल की जिहड़ी कैलकुलेशन है बिजनेस दे विच ऐड नहीं की जाऊगी, क्योंकि उन्हें फ्री ले वो चीज़। हाँ, जिहड़ी चीज़ उन्हें पैसे दे के ली होगी, पैसे के जरिए जां कह दी कि मार्केट जो खरीदी होगी, वो बिजनेस एक्टिविटी होएगी और वो करैक्टर्स होएगा। सो कोई भी एक्टिविटी जिहड़ी विदाउट एनी मनी, विदाउट एनी प्रॉफिट, जां कह दी कि विदाउट एनी एक्सचेंज जिहड़े कीते जांदे आ, वो अपने इकनॉमिक एक्टिविटीज़ दे विच नहीं होणगे। जिहदे विच प्रॉफिट है, अर्निंग है, एक्सचेंज है, वो अपने इकनॉमिक एक्टिविटीज़ आ। सो स्टूडेंट्स, अज का इन्ना ही टॉपिक आ। आई होप कि तुसीं समझिया होगा ध्यान नाल। अगर कोई डाउट होया तो ज़रूर क्लीयर करियो। सो थैंक यू एंड हैव अ नाइस डे।